ਭਾਗ 11 ਵਿੱਚ ਆਪਾਂ ਗੱਲ ਖਤਮ ਕੀਤੀ ਸੀ। 23 ਮਾਰਚ 1931 ਈਸਵੀ ਨੂੰ ਭਗਤ ਸਿੰਘ ਸੂਰਮੇ ਦੇ ਦੇਸ਼ ਲਈ ਫਾਂਸੀ ਚੜ੍ਹ ਜਾਣ ਉੱਪਰ। ਇਸ ਦੌਰਾਨ ਪੰਜਾਬ ਵਿੱਚ ਦੇਸ਼ ਦੀ ਆਜ਼ਾਦੀ ਦਾ ਅੰਦੋਲਨ ਪੂਰੇ ਜ਼ੋਰਾਂ ਤੇ ਚੱਲ ਰਿਹਾ ਸੀ। ਹਿੰਦੂ, ਸਿੱਖ, ਮੁਸਲਮਾਨ ਸਭ ਇਸ ਵਿੱਚ ਸ਼ਾਮਲ ਸਨ। ਨਾਲ ਹੀ ਗੱਦਾਰ ਗੱਦਾਰੀਆਂ ਕਰ ਆਜ਼ਾਦੀ ਘੁਲਾਟਿਆਂ ਨੂੰ ਫੜਵਾ ਰਾਏ ਸਾਹਿਬ ਅਤੇ ਸਰ ਵਰਗੀਆਂ ਪਦਵੀਆਂ ਅੰਗਰੇਜ਼ਾਂ ਤੋਂ ਲੈ ਰਹੇ ਸਨ। ਦਿੱਲੀ ਵਿੱਚ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ। ਜਿਸ ਦੀ ਗਵਾਹੀ ਉੱਪਰ ਉਸ ਨੂੰ ਫਾਂਸੀ ਦਿੱਤੀ ਗਈ, ਉਹਨੂੰ ਅੰਗਰੇਜ਼ਾਂ ਨੇ ਜ਼ਮੀਨਾਂ ਦੇ ਕੇ ਰਾਜੇ ਵਰਗਾ ਬਣਾ ਦਿੱਤਾ। ਦਿੱਲੀ ਕੋਲ ਜਲਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਅੰਗਰੇਜ਼ਾਂ ਦੇ ਤਲਵੇ ਚੱਟਾਂ ਨੇ ਹਰਿਮੰਦਰ ਸਾਹਿਬ ਕਾਤਲਾਂ ਨੂੰ ਸੱਦ ਕੇ ਸਿੱਖਾਂ ਦਾ ਮਾਣ ਸਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ ਸੀ। ਹੁਸ਼ਿਆਰਪੁਰ ਦੇ ਰਾਏ ਬਹਾਦਰ ਸਾਹਿਬ ਵਰਗੇ ਪਰਿਵਾਰ ਦਿੱਲੀ ਸੰਸਦ ਬਹਿ ਕੇ ਲੋਕਤੰਤਰ ਦੇ ਰਾਖੇ ਅਤੇ ਹਾਕਮ ਬਣਦੇ ਰਹੇ। ਕੁਰਬਾਨੀਆਂ ਜਿਨ੍ਹਾਂ ਦੇਸ਼ ਲਈ ਕੀਤੀਆਂ, ਉਹਨਾਂ ਨੂੰ ਤਾਂ ਲੋਕਾਂ ਵਿੱਚ ਪੂਰਾ ਸਨਮਾਨ ਵੀ ਨਹੀਂ ਮਿਲਿਆ। ਮਦਨ ਲਾਲ ਢੀਂਗਰਾ, ਸੁਖਦੇਵ, ਭਗਤ ਸਿੰਘ, ਇਹਨਾਂ ਵਰਗਿਆਂ ਨੂੰ ਤਾਂ ਸਕੂਲੀ ਕਿਤਾਬਾਂ ਵਿੱਚ ਵੀ ਪੂਰਾ ਸਨਮਾਨਯੋਗ ਸਥਾਨ ਨਾ ਮਿਲਿਆ। ਸਾਰੀ ਕੁਰਬਾਨੀ ਬਸ ਦੋ ਹੀ ਵਿਅਕਤੀਆਂ ਅਤੇ ਇੱਕ ਪਾਰਟੀ ਦੀ। ਗਦਰੀ ਬਾਬੇ, ਆਜ਼ਾਦ ਹਿੰਦ ਫੌਜ, ਹੋਰ ਅਨੇਕਾਂ ਅੰਗਰੇਜ਼ਾਂ ਤੋਂ ਲਾਠੀਆਂ ਖਾਉਣ ਵਾਲੇ, ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਛੱਡ ਦੇਸ਼ ਲਈ ਜ਼ਿੰਦਗੀ ਲਾਉਣ ਵਾਲੇ ਕਿਸੇ ਗਿਣਤੀ ਵਿੱਚ ਨਹੀਂ ਸਨ। ਸਭ ਦੀਆਂ ਕੁਰਬਾਨੀਆਂ ਲੱਗੀਆਂ ਤੇ ਬਦਲੇ ਵਿੱਚ ਇੱਕ ਪਰਿਵਾਰ ਦੀਆਂ ਪੁਸ਼ਤਾਂ ਲਈ ਰਾਜ ਦਾ ਹੱਕ। ਹੋਰਾਂ ਦੇ ਪਰਿਵਾਰ ਲਈ ਕੀ ਸੀ? ਚੰਦਰ ਸ਼ੇਖਰ ਆਜ਼ਾਦ ਦੇ ਪਰਿਵਾਰ ਨੇ ਕੀ ਖੱਟਿਆ? ਭਗਤ ਸਿੰਘ ਦੇ ਪਰਿਵਾਰ ਨੇ ਕੀ ਖੱਟਿਆ? ਲਾਲਾ ਲਾਜਪਤ ਰਾਏ ਦੇ ਪਰਿਵਾਰ ਨੇ ਕੀ ਖੱਟਿਆ? ਸੁਭਾਸ਼ ਚੰਦਰ ਬੋਸ ਦੇ ਪਰਿਵਾਰ ਲਈ ਕਿਹੜੀ ਪਾਰਟੀ ਦੇ ਪ੍ਰਮੁੱਖ ਜਾਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਪਦ ਰਾਖਵੇ ਕਰ ਦਿੱਤੇ ਗਏ? ਗੁਲਾਮ ਮਾਨਸਿਕਤਾ ਵਾਲੇ ਲੋਕ ਹਾਲੇ ਵੀ ਨਹੀਂ ਸੋਚ ਰਹੇ ਕਿ ਦੇਸ਼ ਲਈ ਕੁਰਬਾਨੀਆਂ ਦਾ ਸਿਲਾ ਬਸ ਇੱਕ ਹੀ ਪਰਿਵਾਰ ਨੂੰ ਕਿਉਂ? ਉਹ ਵੀ ਉਸ ਪਰਿਵਾਰ ਨੂੰ ਜਿਹਨੂੰ ਜੇਲ੍ਹ ਦੀ ਕਾਲ ਕੋਠਰੀ ਵਿੱਚ ਚੱਕੀ ਪਿਸਣ ਦੀ ਥਾਂ ਅੰਗਰੇਜ਼ੀ ਹਕੂਮਤ ਮੇਜ਼ ਕੁਰਸੀ ਤੇ ਪੜ੍ਹਨ ਲਿਖਣ ਨੂੰ ਕਿਤਾਬਾਂ ਅਤੇ ਹਰ ਸੁੱਖ ਸੁਵਿਧਾ ਦਿੰਦੀ ਸੀ। ਸਭ ਦਾ ਬਾਪੂ ਬਣਾ ਜਿਹਨੂੰ ਅੰਗਰੇਜ਼ਾਂ ਨੇ ਭਾਰਤੀਆਂ ਉੱਪਰ ਥੋਪ ਦਿੱਤਾ। ਸੋਚੋ ਕਿ ਉਹਨੇ ਕਦੀ ਅੰਗਰੇਜ਼ਾਂ ਦੀ ਪੁਲਿਸ ਤੋਂ ਡੰਡੇ ਖਾਧੇ, ਬੇਇੱਜ਼ਤੀ ਕਰਵਾਈ, ਜੇਲ੍ਹਾਂ ਵਿੱਚ ਕੁੱਟਮਾਰ ਤਸੀਹੇ ਝੱਲੇ। ਕਈ ਜਵਾਨ ਅੰਦਰ ਗਏ ਅਤੇ ਬੁੱਢੇ ਹੋ ਕੇ ਬਾਹਰ ਮੁੜੇ। ਪਰਿਵਾਰਾਂ ਨੇ ਗਰੀਬੀ ਵਿੱਚ ਸਿਸਕ ਸਿਸਕ ਕੇ ਸਮਾਂ ਕੱਟਿਆ। ਜਵਾਬ ਤੁਸੀਂ ਜਾਣਦੇ ਹੀ ਹੋ। ਫਾਂਸੀ ਜਾਂ ਕਾਲੇ ਪਾਣੀ ਦੀ ਤਾਂ ਆਪਾਂ ਗੱਲ ਹੀ ਨਹੀਂ ਕਰਦੇ। ਸਾਰੇ ਆਜ਼ਾਦੀ ਦੇ ਸੰਘਰਸ਼ ਦੀ ਸਫਲਤਾ ਦਾ ਸਿਹਰਾ ਇਹਨਾਂ ਦੋ ਦੇ ਹੀ ਪੱਲੇ ਪਾਇਆ ਸਾਡੇ ਮਹਾਨ ਇਤਿਹਾਸਕਾਰਾਂ ਨੇ ਸਕੂਲੀ ਅਤੇ ਦੂਜੀਆਂ ਕਿਤਾਬਾਂ ਵਿੱਚ। ਕਦੇ ਸੋਚਿਓ ਕਿ ਹੋਰਾਂ ਦਾ ਕੋਈ ਯੋਗਦਾਨ ਹੀ ਨਹੀਂ ਸੀ? ਕੀ ਅੰਗਰੇਜ਼ਾਂ ਨੂੰ ਸੁਭਾਸ਼ ਚੰਦਰ ਬੋਸ ਅਤੇ ਉਸ ਦੀ ਬਣਾਈ ਹਿੰਦ ਫੌਜ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ ਵਰਗੇ ਆਮ ਲੋਕਾਂ ਦਾ ਅੰਗਰੇਜ਼ਾਂ ਦੀ ਸਰਕਾਰ ਖਿਲਾਫ ਵਿਦਰੋਹ ਲਈ ਖੜੇ ਹੋ ਜਾਣਾ ਨਹੀਂ ਡਰਾ ਗਿਆ ਸੀ? ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿੰਨੇ ਕੁ ਅੰਗਰੇਜ਼ ਸਿਪਾਹੀ ਜਾਂ ਅਫਸਰ ਉਹ ਭਾਰਤ ਤੈਨਾਤ ਕਰ ਸਕਦੇ ਸਨ? ਭਾਰਤ ਛੱਡਣਾ ਉਹਨਾਂ ਦੀ ਮਜਬੂਰੀ ਸੀ ਅਤੇ ਡਰ ਵੀ ਸੀ। ਜੇ ਅੰਦੋਲਨ ਕਰਕੇ ਹੀ ਸਮਝਦੇ ਹਾਂ ਕਿ ਉਹ ਭਾਰਤ ਛੱਡ ਕੇ ਗਏ, ਤਾਂ ਸੋਚੋ ਉਹਨਾਂ ਨੇ ਸ਼੍ਰੀਲੰਕਾ, ਮਿਆਂਮਾਰ, ਮਲੇਸ਼ੀਆ, ਵੀਅਤਨਾਮ, ਲਾਓਸ, ਕੰਬੋਡੀਆ, ਜਾਰਡਨ ਵਰਗੇ ਦੇਸ਼ ਬ੍ਰਿਟਿਸ਼ ਰਾਜ ਚੋਂ ਕੱਢ ਕੇ ਕਿਉਂ ਆਜ਼ਾਦ ਕਰ ਦਿੱਤੇ? ਕੀ ਉੱਥੇ ਵੀ ਕੋਈ ਅਹਿੰਸਕ ਅੰਦੋਲਨ ਚੱਲ ਰਿਹਾ ਸੀ? ਕਾਰਨ ਦੂਜੀ ਵਿਸ਼ਵ ਜੰਗ ਸੀ। ਦੂਜੀ ਵਿਸ਼ਵ ਜੰਗ ਸ਼ੁਰੂ ਹੋਈ ਸੀ 1939 ਈਸਵੀ ਵਿੱਚ ਅਤੇ ਖਤਮ ਹੋਈ ਜਾ ਕੇ 1945 ਈਸਵੀ ਵਿੱਚ। ਇੱਕ ਪਾਸੇ ਜਰਮਨ, ਇਟਲੀ, ਬੁਲਗਾਰੀਆ, ਰੋਮਾਨੀਆ ਵਰਗੇ ਦੇਸ਼ ਸਨ ਤੇ ਦੂਜੇ ਪਾਸੇ ਬ੍ਰਿਟੇਨ ਮਤਲਬ ਅੰਗਰੇਜ਼ੀ ਸਰਕਾਰ, ਫਰਾਂਸ, ਆਸਟ੍ਰੇਲੀਆ, ਕੈਨੇਡਾ, USSR ਅਤੇ USA ਵਰਗੇ ਕਈ ਦੇਸ਼ ਸਨ। ਜੰਗ ਦਾ ਕਾਰਨ ਪਹਿਲੀ ਵਰਲਡ ਵਾਰ ਵੇਲੇ ਜਰਮਨ ਨੂੰ ਹਰਾ ਕੇ ਜਲੀਲ ਕਰਨਾ ਸੀ।
ਝੀਲ ਕਰਨ ਦੇ ਨਾਂ ਉੱਤੇ ਜਰਮਨ ਦੇ ਕਈ ਇਲਾਕੇ ਵੀ ਖੋਹ ਲਏ ਗਏ ਸਨ। ਇਹੋ ਯੁੱਧ ਦਾ ਮੁੱਖ ਕਾਰਨ ਸੀ। ਇਸ ਵਾਰ ਹਿਟਲਰ ਹੱਥ ਜਰਮਨ ਦੀ ਕਮਾਂਡ ਸੀ। ਦੂਜਾ ਵਿਸ਼ਵ ਯੁੱਧ ਬੜੀ ਤਬਾਹੀ ਵਾਲਾ ਸੀ। ਬਹੁਤ ਹੱਦ ਤੱਕ ਦੁਨੀਆ ਦਾ ਹਰ ਦੇਸ਼ ਇਸ ਤੋਂ ਪ੍ਰਭਾਵਿਤ ਹੋਇਆ ਸੀ। ਇਸ ਜੰਗ ਵਿੱਚ 10 ਕਰੋੜ ਦੇ ਲਗਭਗ ਫੌਜੀ ਲੜੇ ਸਨ। 5 ਤੋਂ 7 ਕਰੋੜ ਫੌਜੀ ਅਤੇ ਆਮ ਲੋਕ ਇਸ ਵਿਸ਼ਵ ਯੁੱਧ ਵਿੱਚ ਮਾਰੇ ਗਏ। ਸੋਚੋ, 5 ਤੋਂ 7 ਕਰੋੜ ਲੋਕਾਂ ਦਾ ਮਰਨਾ। ਜੰਗ ਦੀ ਭਿਆਨਕਤਾ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ। 6-7 ਸਾਲ ਚੱਲੀ ਦੇਸ਼ਾਂ ਦੀ ਇਸ ਜੰਗ ਨੇ ਦੋਵਾਂ ਪਾਸਿਆਂ ਦੇ ਦੇਸ਼ਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ। ਜੇਤੂਆਂ ਲਈ ਵੀ ਆਪਣੇ ਦੇਸ਼ ਨੂੰ ਜੰਗ ਦੇ ਹੋਏ ਨੁਕਸਾਨਾਂ ਤੋਂ ਬਾਹਰ ਕੱਢਣਾ ਇੱਕ ਬੜੀ ਵੱਡੀ ਚੁਣੌਤੀ ਸੀ। ਬ੍ਰਿਟੇਨ ਵਾਲੀ ਅੰਗਰੇਜ਼ ਸਰਕਾਰ ਇਸੇ ਕਰਕੇ ਵਿਸ਼ਵ ਜੰਗ ਤੋਂ ਬਾਅਦ ਆਪਣੇ ਕਬਜ਼ਾਏ ਦੇਸ਼ਾਂ ਤੋਂ ਬਾਹਰ ਹੋ ਰਹੀ ਸੀ ਹੌਲੀ-ਹੌਲੀ। ਹੁਣ ਉਹਨਾਂ ਲਈ ਉੱਥੋਂ ਸਰਕਾਰਾਂ ਚਲਾਉਣਾ ਔਖਾ ਅਤੇ ਖਰਚੇ ਵਾਲਾ ਅਤੇ ਉਸ ਤੋਂ ਵੱਧ ਬਹੁਤ ਹੱਦ ਤੱਕ ਖਤਰਨਾਕ ਕੰਮ ਵੀ ਸੀ। ਜਰਮਨ ਦੀ ਹਾਰ ਅਤੇ ਹਿਟਲਰ ਦੀ ਆਤਮ ਹੱਤਿਆ ਤੋਂ ਬਾਅਦ ਅਮਰੀਕਾ ਨੇ 6 ਅਤੇ 9 ਅਗਸਤ 1945 ਨੂੰ 2 ਪਰਮਾਣੂ ਬੰਬ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਸੁੱਟੇ ਅਤੇ ਜਾਪਾਨ ਨੂੰ ਆਤਮ ਸਮਰਪਣ ਕਰਨ 'ਤੇ ਮਜਬੂਰ ਕਰ ਦਿੱਤਾ। 2 ਬੰਬਾਂ ਨਾਲ ਹੀ ਲੱਖਾਂ ਲੋਕ ਮਾਰੇ ਗਏ ਅਤੇ ਬਚੇ ਹੋਏ ਆਉਣ ਵਾਲੀਆਂ ਪੀੜ੍ਹੀਆਂ ਤੱਕ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ। ਇਹ ਦੂਜੇ ਵਿਸ਼ਵ ਯੁੱਧ ਦਾ ਖੂਨੀ ਅਤੇ ਦਰਦਨਾਕ ਅੰਤ ਸੀ। ਭਾਰਤ ਅਤੇ ਖਾਸ ਕਰ ਪੰਜਾਬ ਵੱਲੋਂ ਵੀ ਇਸ ਜੰਗ ਵਿੱਚ ਬਹੁਤ ਸੈਨਿਕ ਲੜੇ ਸਨ ਅਤੇ ਮਰੇ ਸਨ। ਦੁਨੀਆ ਲਈ ਇਹ ਵਿਸ਼ਵ ਯੁੱਧ ਭਿਆਨਕ ਸਬਕ ਦੇ ਕੇ ਗਿਆ ਸੀ। ਮਹਾਨ ਦੇਸ਼ ਭਗਤ ਸੁਭਾਸ਼ ਚੰਦਰ ਬੋਸ, ਜਿਸ ਨੇ ਨਾਅਰਾ ਦਿੱਤਾ ਸੀ, ਤੁਮ ਮੁਝੇ ਖੂਨ ਦੋ, ਮੈਂ ਤੁਮੇ ਆਜ਼ਾਦੀ ਦੂੰਗਾ। ਉਸਨੇ ਇਸ ਵਿਸ਼ਵ ਜੰਗ ਦੌਰਾਨ ਗੁਪਚੁਪ ਵਿਦੇਸ਼ ਜਾ ਕੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਰ ਦਿੱਤੀ। ਜਾਪਾਨ ਜਰਮਨ ਹੁਕਮਰਾਨਾਂ ਕੋਲ ਜਾ ਕੇ ਸਾਂਝੇ ਦੁਸ਼ਮਣ ਬ੍ਰਿਟਨ ਸਰਕਾਰ ਖਿਲਾਫ ਜੰਗ ਛੇੜਨ ਦੀ ਘੋਸ਼ਣਾ ਕੀਤੀ। ਉਹਨਾਂ ਦੀ ਕੈਦ ਵਿੱਚੋਂ ਅੰਗਰੇਜ਼ੀ ਭਾਰਤੀ ਜੰਗੀ ਫੌਜੀ ਛੁਡਾ 55,000 ਜਵਾਨਾਂ ਦੀ ਫੌਜ ਤਿਆਰ ਕਰ ਜੰਗ ਛੇੜ ਦਿੱਤੀ। ਭਾਵੇਂ ਉਹ ਸਫਲ ਨਾ ਹੋ ਸਕੇ, ਪਰ ਇਸ ਜੰਗੀ ਮੁਹਾਜ਼ ਨੇ ਬਰਤਾਨੀਆ ਸਰਕਾਰ ਦੇ ਹੌਸਲੇ ਵੀ ਹਰਾ ਦਿੱਤੇ। ਬੇਸ਼ੱਕ 19 ਅਗਸਤ 1945 ਈਸਵੀ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਸ਼ੱਕੀ ਹਵਾਈ ਦੁਰਘਟਨਾ ਵਿੱਚ ਮੌਤ ਹੋ ਗਈ, ਪਰ ਉਹ ਅੰਗਰੇਜ਼ ਸਰਕਾਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕਾ ਚੁੱਕੇ ਸਨ। ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਵਿੱਚੋਂ ਕੂਕਿਆਂ ਨੇ ਵੀ ਵੱਡਾ ਯੋਗਦਾਨ ਪਾਇਆ ਸੀ। ਕੂਕਿਆਂ ਨੂੰ ਨਾਮਧਾਰੀ ਵੀ ਕਿਹਾ ਜਾਂਦਾ ਹੈ। ਲੁਧਿਆਣੇ ਲਾਗੇ ਪੈਂਦੇ ਭੈਣੀ ਪਿੰਡ ਦੇ ਰਾਮ ਸਿੰਘ ਨੇ ਇਸ ਦੀ ਅਗਵਾਈ ਕੀਤੀ। ਇਹ ਸਿੱਖਾਂ ਦੇ ਪੁਰਾਤਨ ਅਸਲੀ ਸਰੂਪ ਦੇ ਅਤੇ ਸੋਚ ਦੇ ਬਹੁਤ ਨੇੜੇ ਹਨ ਅੱਜ ਵੀ। ਅੰਗਰੇਜ਼ਾਂ ਖਿਲਾਫ ਨਾ ਮਿਲਵਰਤਨ ਲਹਿਰ ਇਹਨਾਂ 1900 ਈਸਵੀ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਮਤਲਬ ਸਭ ਤੋਂ ਪਹਿਲਾਂ 1872 ਦੇ ਲਾਗੇ ਗਊ ਹੱਤਿਆ ਦੇ ਵਿਰੋਧ ਕਰਨ ਕਰਕੇ ਮਲੇਰਕੋਟਲੇ ਵਿੱਚ ਕਈ ਨਾਮਧਾਰੀਆਂ ਨੂੰ ਅੰਗਰੇਜ਼ਾਂ ਨੇ ਤੋਪਾਂ ਨਾਲ ਉਡਾ ਦਿੱਤਾ। ਆਗੂ ਬਾਬਾ ਰਾਮ ਸਿੰਘ ਨੂੰ ਫੜ ਰੰਗੂਨ ਕੈਦ ਕਰ ਦਿੱਤਾ ਅਤੇ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਹੋਰ ਵੀ ਕਈ ਕੁਰਬਾਨੀਆਂ ਸ਼ਹੀਦੀਆਂ ਦਿੱਤੀਆਂ ਹਨ ਨਾਮਧਾਰੀਆਂ ਨੇ। ਇਹ ਧਿਰ ਵੀ ਸਨਮਾਨਯੋਗ ਅਤੇ ਦੱਸਣਯੋਗ ਸੀ। ਇਸ ਕਾਲਖੰਡ ਦੀ ਗੱਲ ਸਮੇਟਦੇ ਹੋਏ ਬਰਤਾਨੀਆ ਸਰਕਾਰ ਸਮਝਦਾਰੀ ਦਾ ਫੈਸਲਾ ਲੈਂਦੇ ਹੋਏ ਹੋਰ ਨੁਕਸਾਨ ਕਰਾਉਣ ਦੀ ਥਾਂ ਬੋਰੀ ਬਿਸਤਰਾ ਸਮੇਟ ਇੰਗਲੈਂਡ ਵਾਪਸ ਮੁੜਨ ਦੀ ਤਿਆਰੀ ਕਰਨ ਲੱਗ ਪਈ। 1945 ਈਸਵੀ ਵਿੱਚ ਦੂਜੇ ਵਿਸ਼ਵ ਯੁੱਧ ਦੇ ਖਾਤਮੇ ਦੇ 2 ਸਾਲਾਂ ਅੰਦਰ ਹੀ ਉਹ 15 ਅਗਸਤ 1947 ਨੂੰ ਭਾਰਤ ਛੱਡ ਇੰਗਲੈਂਡ ਵਾਪਸ ਮੁੜ ਗਏ। ਪਰ ਜਾਣ ਤੋਂ ਪਹਿਲਾਂ ਉਹ ਆਪਣੇ ਹਿੱਤ ਇੱਥੇ ਬਹੁਤ ਹੱਦ ਤੱਕ ਸਥਾਪਿਤ ਕਰ ਗਏ ਸਨ। ਇਸ ਬਾਰੇ ਬਾਕੀ ਅਗਲੇ ਭਾਗ ਵਿੱਚ ਗੱਲ ਕਰਾਂਗੇ। ਆਜ਼ਾਦੀ ਪ੍ਰਾਪਤੀ ਦੀ ਕੀਮਤ ਭਾਰਤ ਵਾਸੀਆਂ ਨੂੰ ਹਲੇ ਤਾਰਨੀ ਬਾਕੀ ਸੀ।